ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਨਿਤ ਪ੍ਰਤੀ ਦਿਨ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਆਪਣੇ ਵਿਅਕਤੀਗਤ ਅਤੇ ਪਰਮੇਸ਼ਰ ਪਿਤਾ ਆਪਣੇ ਵਚਨ ਦੇ ਸੁਭਾਵਿਕ ਪਰਮੇਸ਼ਰ ਪਿਤਾ ਦਾਨ ਅਤੇ ਉਸ ਦੇ ਭੇਤ ਸਾਡੇ ਵਿੱਚ ਪ੍ਰਗਟ ਕਰਦਾ ਹੈ ਕਿ ਅਸੀਂ ਉਸ ਦੇ ਅਨੁਸਾਰ ਦਿਨ ਪ੍ਰਤੀ ਦਿਨ ਤੇਰੇ ਵਚਨ 'ਚ ਪਰਮੇਸ਼ਰਤਾ ਸੁਣ ਕੇ ਪਵਿੱਤਰ ਹੁੰਦੇ ਹੋਏ ਤੇਰੇ ਰਾਜ ਵਿੱਚ ਵਧਦੇ ਜਾਈਏ। ਅਜਿਹਾ ਤੂੰ ਸਾਨੂੰ ਸਾਡੇ ਜੀਵਨ ਦੇ ਵਿੱਚ ਹੋਣ ਦਿੰਦਾ ਹੈ। ਇਸ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਨੂੰ ਜੋ ਤੂੰ ਸਾਨੂੰ ਦੇ ਰਿਹਾ ਹੈ ਉਸ ਨੂੰ ਆਪਣੀ ਇੱਛਾ ਦੇ ਅਨੁਸਾਰ ਸਾਡੇ ਜੀਵਨ ਦੇ ਵਿੱਚ ਦੇ, ਤਾਂ ਕਿ ਅਸੀਂ ਤੇਰੇ ਉਸ ਵਚਨ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਤੇਰੇ ਰਾਜ ਵਿੱਚ ਵਧਦੇ ਜਾਈਏ ਔਰ ਤੇਰਾ ਹੀ ਨਾਮ ਸਾਡੇ ਜੀਵਨ ਦੇ ਵਿੱਚ ਉੱਚਾ ਹੋ ਸਕੇ। ਇੱਕ ਇੱਕ ਪਲ ਦੇ ਲਈ ਸਭ ਕੁਝ ਅਸੀਂ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ, ਇਸ ਜੀਵਨ ਨੂੰ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਭਾਗ ਲਿਆ ਹੈ ਉਹ ਲਿਆ ਹੈ ਪਹਿਲਾ ਰਾਜਾ ਉਸ ਦਾ 3 ਅਧਿਆਏ ਉਸ ਦੀ 8 ਤੋਂ 11 ਆਇਤਾਂ ਤੱਕ ਲਿਖਿਆ ਹੈ। ਅਤੇ ਤੇਰਾ ਦਾਸ ਤੇਰੀ ਪਰਜਾ ਦੇ ਵਿਚਕਾਰ ਹੈ, ਜਿਹਨੂੰ ਤੁਸਾਂ ਚੁਣਿਆ, ਅਤੇ ਬਹੁਤੇ ਲੋਕ ਹਨ ਜਿਹੜੇ ਨਾ ਗਿਣੇ ਜਾਂਦੇ ਹਨ, ਅਤੇ ਬਹੁਤਿਆਂ ਦੇ ਕਾਰਨ ਨਾ ਉਹਨਾਂ ਦਾ ਲੇਖਾ ਹੀ ਹੋ ਸਕਦਾ ਹੈ। ਤੂੰ ਆਪਣੇ ਦਾਸ ਨੂੰ ਸੁਣਨ ਵਾਲਾ ਮਨ ਦੇ ਅਤੇ ਬੁੱਧ ਕਿ ਉਹ ਤੇਰੀ ਪਰਜਾ ਦਾ ਨਿਆਂ ਕਰ ਸਕੇ, ਇਸ ਲਈ ਕਿ ਮੈਂ ਚੰਗੇ ਅਤੇ ਬੁਰੇ ਦੀ ਸਮਝਾਂ, ਕਿਉਂ ਜੋ ਉਹ ਤੇਰੇ ਬਹੁਤ ਲੋਕਾਂ ਦਾ ਨਿਆਂ ਕੌਣ ਕਰ ਸਕਦਾ ਹੈ। ਤਾਂ ਇਹ ਗੱਲ ਪ੍ਰਭੂ ਦੀ ਨਿਗਾਹ ਵਿੱਚ ਚੰਗੀ ਲੱਗੀ ਕਿ ਸੁਲੇਮਾਨ ਨੇ ਇਹ ਚੀਜ਼ ਮੰਗੀ ਹੈ ਅਤੇ ਆਪਣੇ ਲਈ ਬਹੁਤੇ ਦਿਨ ਨਹੀਂ ਮੰਗੇ, ਅਤੇ ਨਾ ਹੀ ਧਨ ਮੰਗਿਆ ਹੈ, ਅਤੇ ਨਾ ਆਪਣੇ ਵੈਰੀਆਂ ਦੇ ਪ੍ਰਾਣ ਮੰਗੇ ਹਨ, ਪਰ ਆਪਣੇ ਲਈ ਨਿਆਂ ਦੇ ਸੁਣਨ ਲਈ ਬੁੱਧ ਮੰਗੀ ਹੈ। ਮੇਰਾ ਇਸ ਦੇ ਨਾਲ ਜੋ ਵਿਸ਼ਾ ਹੈ ਉਹ ਇਸ ਦਾ ਇਹ ਹੈ, ਵਿਸ਼ਵਾਸੀ ਜੀਵਨ ਵਿੱਚ ਸਭ ਤੋਂ ਕੀਮਤੀ ਵਰਦਾਨ ਦੀ ਮੰਗ। ਵਿਸ਼ਵਾਸੀ ਜੀਵਨ ਦੇ ਵਿੱਚ ਸਭ ਤੋਂ ਕੀਮਤੀ ਵਰਦਾਨ ਦੀ ਮੰਗ। ਅੱਜ ਲੋਕ ਜਦੋਂ ਕੋਈ ਵੀ ਕੰਮ ਕਰਨਾ ਚਾਹੁੰਦੇ ਆ ਜਾਂ ਕੁਝ ਵੀ ਪ੍ਰਾਪਤ ਕਰਨਾ ਚਾਹੁੰਦੇ ਆ, ਜਾਂ ਉਹ ਆਪਣੇ ਜੀਵਨ ਦੇ ਵਿੱਚ ਕਿਸੇ ਵੀ ਚੀਜ਼ ਦੀ ਮੰਗ ਪਰਮੇਸ਼ਰ ਕੋਲ ਕਰਦੇ ਆ, ਤਾਂ ਉਹ ਇਸ ਕੀਮਤੀ ਚੀਜ਼ ਨੂੰ ਛੱਡ ਦਿੰਦੇ ਆ। ਉਹ ਹੈ ਬੁੱਧ। ਅੱਜ ਕੋਈ ਬਹੁਤ ਘੱਟ ਲੋਕ ਹੈ ਜਿਹੜੇ ਪਰਮੇਸ਼ਰ ਦੀ ਬੁੱਧ ਦੀ ਮੰਗ ਕਰਦੇ ਆ। ਬਹੁਤ ਘੱਟ ਲੋਕ ਹੈ, ਕਿਉਂਕਿ ਬੁੱਧ ਪਰਮੇਸ਼ਰ ਦੀ ਆਤਮਾ ਦਾ ਸਰੋਤ ਹੈ, ਜਿਹੜਾ ਸਾਡੇ ਜੀਵਨ ਦੇ ਵਿੱਚ ਹਰ ਇੱਕ ਚੀਜ਼ ਨੂੰ ਪੂਰਾ ਕਰਨ ਦੀ ਸਮਰੱਥ ਰੱਖਦਾ ਹੈ ਅਤੇ ਉਸ ਨੂੰ ਪੂਰਾ ਕਰਨ ਦੇ ਵਿੱਚ ਸક્ષਮ ਹੈ। ਪਰਮੇਸ਼ਰ ਦੀ ਬੁੱਧ ਇੱਕ ਅਜਿਹੀ ਬੁੱਧ ਹੈ ਜਿਸ ਬੁੱਧ ਦੇ ਨਾਲ ਉਸ ਨੇ ਜਗਤ ਨੂੰ ਕਾਇਮ ਕੀਤਾ। ਜਦੋਂ ਅਸੀਂ ਜਰਮਾਇਆ ਦੀ ਪੁਸਤਕ ਉਸ ਦਾ 12 ਆਇਤ ਪੜ੍ਹਦੇ ਹਾਂ, ਜਰਮਾਇਆ 10 ਦੀ 12, ਤਾਂ ਪਰਮੇਸ਼ਰ ਉੱਥੇ ਇੱਕ ਸੱਤ ਦੀ ਗੱਲ ਪ੍ਰਗਟ ਕਰਦਾ ਹੈ ਜੋ ਮੇਰੇ ਅਤੇ ਆਪ ਦੇ ਲਈ ਹੈ, ਜਿਸ ਦੀ ਮੰਗ ਅਸੀਂ ਆਪਣੇ ਜੀਵਨ ਦੇ ਵਿੱਚ ਨਹੀਂ ਕਰਦੇ ਹਾਂ। 10 ਦੀ 12 ਦੇ ਵਿੱਚ ਕਹਿੰਦਾ ਹੈ, ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਉਸ ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ, ਆਪਣੀ ਸਮਝ ਨਾਲ ਆਕਾਸ਼ਾਂ ਨੂੰ ਧਿਆਣਿਆ। ਇਹਦਾ ਮਤਲਬ ਉਸਨੇ ਆਪਣੀ ਬੁੱਧ ਦੇ ਨਾਲ ਜਗਤ ਨੂੰ ਕਾਇਮ ਕੀਤਾ। ਬੁੱਧ ਬਹੁਤ ਇੰਪੋਰਟੈਂਟ ਚੀਜ਼ ਹੈ। ਬੁੱਧ ਤੋਂ ਬਗੈਰ ਅਸੀਂ ਕੁਝ ਵੀ ਨਹੀਂ ਕਰ ਸਕਦੇ। ਕਿਸੇ ਦੇ ਘਰ ਦੇ ਨਿਰਮਾਣ ਦੇ ਸਮੇਂ ਇੱਕ ਇੰਜੀਨੀਅਰ ਦੀ ਜ਼ਰੂਰਤ ਪੈਂਦੀ ਹੈ, ਪਰ ਪੂਰੇ ਘਰ ਦੀ ਰਖਵਾਲੀ ਉਹ ਕਰਦਾ ਹੈ ਜੋ ਉਸ ਦੇ ਉੱਤੇ ਪਹਿਰੇਦਾਰ ਹੈ।
ਅਤੇ ਇਹ ਵੀ ਕਿ ਨਿਰਮਾਣ ਕੰਮ ਯੋਜਨਾ ਦੇ ਅਨੁਸਾਰ ਹੋ ਰਿਹਾ ਹੈ ਕਿ ਨਹੀਂ, ਉਸ ਉੱਤੇ ਖਾਸ ਧਿਆਨ ਦਿੰਦਾ ਹੈ। ਨਵੇਂ ਨੇਮ ਵਿੱਚ ਅਸੀਂ ਵੇਖਦੇ ਹਾਂ ਕਿ ਰਸੂਲ ਪੌਲਸ ਇੱਕ ਕੁਸ਼ਲ ਕਾਰੀਗਰ ਸੀ, ਜਿਹੜਾ ਬੁੱਧ ਦੇ ਨਾਲ ਪਰਮੇਸ਼ਵਰ ਦੇ ਵਚਨ ਦੇ ਵਿੱਚ ਸਭ ਤੋਂ ਜ਼ਿਆਦਾ ਭਾਗ ਲਿਖ ਸਕਿਆ। ਉਸਨੇ 14 ਸਿਧਾਂਤਿਕ ਪੱਤਰੀਆਂ ਨੂੰ ਲਿਖਿਆ, 14 ਸਿਧਾਂਤਿਕ ਪੱਤਰੀਆਂ ਨੂੰ ਲਿਖਿਆ, ਜਿਹੜਾ ਪਰਮੇਸ਼ਰ ਦੀ ਬੁੱਧ ਦੇ ਨਾਲ ਲਿਖਿਆ ਗਿਆ। ਪੌਲਸ ਆਪਣੇ ਆਪ ਨੂੰ ਨਾ ਸਮਝਦਾ ਹੈ, ਆਪਣੇ ਆਪ ਨੂੰ ਜ਼ੀਰੋ ਸਮਝਦਾ ਹੈ, ਪਰ ਉਹ ਪਰਮੇਸ਼ਰ ਦੀ ਬੁੱਧ ਨੂੰ ਅਤੇ ਪਰਮੇਸ਼ਰ ਦੇ ਭੰਡਾਰ ਨੂੰ ਸਭ ਤੋਂ ਉੱਤਮ ਗਿਣਦਾ ਹੈ। ਉਹ ਬੁੱਧ ਦਾ ਭੰਡਾਰ ਇੰਨਾ ਵੱਡਾ ਹੈ ਜਿਹੜਾ ਖਤਮ ਨਹੀਂ ਹੋ ਸਕਦਾ। ਮੈਂ ਸਮਝਦਾ ਹਾਂ ਕਿ ਸੁਲੇਮਾਨ ਹਜੇ ਬੱਚਾ ਸੀ, ਮਤਲਬ ਕਿ ਯੰਗ, ਆਪਣਾ ਉਸ ਅਵਸਥਾ ਦੇ ਵਿੱਚ ਸੀ ਜਦੋਂ ਉਸ ਨੂੰ ਆਪਣੇ ਪਿਤਾ ਦਾ ਰਾਜ ਸਾਂਭਣਾ ਪਿਆ। ਉਸ ਰਾਜ ਦੇ ਲਈ ਪਰਮੇਸ਼ਵਰ ਨੇ ਉਸ ਨੂੰ ਚੁਣ ਲਿਆ ਸੀ ਔਰ ਉਸ ਨੂੰ ਚੁਣਿਆ ਗਿਆ ਸੀ। ਤਾਂ ਅਸੀਂ 2 ਦਾ 11 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ, 2 ਦਾ 11 ਅਤੇ 12। ਜਿੰਨੇ ਦਿਨ ਦਾਊਦ ਇਸਰਾਇਲ ਉੱਤੇ ਰਾਜ ਕੀਤਾ ਉਹ 40 ਵਰੇ ਸਨ। 7 ਵਰੇ ਉਹ ਹੈਬਰੋਨ ਵਿੱਚ ਰਾਜ ਕੀਤਾ ਅਤੇ 33 ਵਰੇ ਯਰੂਸ਼ਲਮ ਵਿੱਚ। ਤਾਂ ਸੁਲੇਮਾਨ ਆਪਣੇ ਪਿਤਾ ਦੀ ਰਾਜ ਗੱਦੀ ਉੱਤੇ ਬੈਠਾ ਅਤੇ ਉਸ ਦਾ ਰਾਜ ਡਾਢਾ ਹੀ ਪੱਕਾ ਹੋ ਗਿਆ। ਇਹਦਾ ਮਤਲਬ ਪਰਮੇਸ਼ਰ ਨੇ ਪਹਿਲਾਂ ਸੁਲੇਮਾਨ ਨੂੰ ਚੁਣਿਆ ਅਤੇ ਉਸ ਰਾਜ ਗੱਦੀ ਵਿੱਚ ਬਿਠਾਇਆ। ਉਸ ਤੋਂ ਬਾਅਦ ਪਰਮੇਸ਼ਰ ਨੇ ਉਸ ਨੂੰ ਕਿਹਾ, ਮੰਗ ਤੂੰ ਕੀ ਮੰਗਦਾ ਹੈ ਉਸ ਰਾਜ ਦੇ ਲਈ। ਤਾਂ ਸੁਲੇਮਾਨ ਨੇ ਕੁਝ ਵੀ ਇਹੋ ਜਿਹੀ ਮੰਗ ਨਹੀਂ ਕੀਤੀ ਜਿਸ ਮੰਗ ਦੇ ਨਾਲ ਉਹ ਕਹੇ ਕਿ ਪਰਮੇਸ਼ਰ ਮੈਨੂੰ ਲੰਬੀ ਉਮਰ ਦੇ, ਪਰਮੇਸ਼ਰ ਤੂੰ ਮੈਨੂੰ ਮੇਰੇ ਬੈਰੀਆਂ ਤੋਂ ਆਰਾਮ ਦੇ, ਪਰਮੇਸ਼ਰ ਮੈਨੂੰ ਤੂੰ ਦੇ ਦੇ, ਪਰਮੇਸ਼ਰ ਮੈਨੂੰ ਸਾਰੀ ਦੁਨੀਆ ਦਾ ਖਜ਼ਾਨਾ ਦੇ ਦੇ। ਕੁਝ ਵੀ ਅਜਿਹਾ ਸੁਲੇਮਾਨ ਨੇ ਆਪਣੇ ਜੀਵਨ ਦੇ ਵਿੱਚ ਨਹੀਂ ਮੰਗਿਆ। ਉਹਨੇ ਕੀ ਮੰਗਿਆ? ਜੋ ਪਰਮੇਸ਼ਰ ਨੇ ਰਾਜ ਦਿੱਤਾ ਸੀ ਉਸ ਰਾਜ ਦਾ ਸਹੀ ਨਿਆਂ ਕਰਨ ਦੇ ਲਈ, ਉਸ ਰਾਜ ਦੇ ਵਿੱਚ ਸ਼ਾਂਤੀ ਸਥਾਪਿਤ ਕਰਨ ਦੇ ਲਈ, ਉਸ ਰਾਜ ਨੂੰ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਉੱਚਾ ਕਰਨ ਦੇ ਲਈ ਪਰਮੇਸ਼ਰ ਤੋਂ ਬੁੱਧ ਮੰਗੀ। ਹੈ ਨਾ ਬਹੁਮੁੱਲੀ ਗੱਲ। ਔਰ ਪਰਮੇਸ਼ਰ ਨੇ ਵੀ ਇਹ ਗੱਲ ਕਹੀ ਹੈ ਅਤੇ ਪਰਮੇਸ਼ਰ ਨੇ ਕਿਹਾ, ਉਹਨੇ ਬਹੁਤੇ ਦਿਨ ਨਹੀਂ ਮੰਗੇ, ਨਾ ਧਨ ਮੰਗਿਆ, ਨਾ ਆਪਣੇ ਬੈਰੀਆਂ ਤੇ ਪ੍ਰਾਣ ਮੰਗੇ, ਪਰ ਆਪਣੇ ਲਈ ਨਿਆਂ ਦੇ ਸੁਣਨ ਲਈ ਬੁੱਧ ਮੰਗੀ ਹੈ। ਕਿੰਨੀ ਵੱਡੀ ਗੱਲ ਹੈ। ਅੱਜ ਅਸੀਂ ਕੀ ਮੰਗਦੇ ਹਾਂ? ਸਾਡੀ ਮੰਗ ਕੀ ਹੈ? ਬਾਈਬਲ ਦੱਸਦੀ ਹੈ ਕਿ ਬੁੱਧ ਦੇ ਨਾਲ ਘਰ ਬਣਦਾ ਹੈ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀ? ਮੈਂ ਆਪ ਦੇ ਲਈ ਮਤੀ ਦੀ ਅੰਜੀਲ ਦੇ 7 ਅਧਿਆਏ ਦੇ ਵਿੱਚ ਜਾਵਾਂਗਾ, ਜਿੱਥੇ ਪ੍ਰਭੂ ਯਿਸੂ ਮਸੀਹ ਬੁੱਧ ਦੇ ਨਾਲ ਘਰ ਬਣਾਉਣ ਦੀ ਗੱਲ ਕਰਦਾ ਹੈ। ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਕੀ ਕਹਿੰਦਾ ਹੈ? ਜਦੋਂ ਅਸੀਂ 7 ਅਧਿਆਏ ਉਸ ਦੀ 24 ਆਇਤ, ਸੋ ਹਰੇਕ ਜੋ ਮੇਰੇ ਵਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹਨੇ ਪੱਥਰ ਉੱਤੇ ਆਪਣਾ ਘਰ ਬਣਾਇਆ। ਬੁੱਧਵਾਨ ਵਰਗਾ ਪ੍ਰਭੂ ਯਿਸੂ ਮਸੀਹ ਆਖ ਰਿਹਾ। ਇਹਦਾ ਮਤਲਬ ਅਸੀਂ ਕੁਝ ਵੀ ਆਪਣੇ ਜੀਵਨ ਦੇ ਵਿੱਚ ਕਰਨਾ ਹੈ, ਕੁਝ ਵੀ ਅਸੀਂ ਆਪਣੇ ਜੀਵਨ 'ਚ ਪਾਉਣਾ ਹੈ, ਕੁਝ ਵੀ ਅਸੀਂ ਆਪਣੇ ਜੀਵਨ 'ਚ ਮੁਕਾਮ ਹਾਸਲ ਕਰਨਾ ਹੈ, ਤਾਂ ਸਾਨੂੰ ਸਭ ਤੋਂ ਪਹਿਲਾਂ ਬੁੱਧ ਦੀ ਲੋੜ ਹੈ। ਅੱਜ ਬਹੁਤੇ ਲੋਕ ਬੁੱਧ ਦੀ ਮੰਗ ਨਹੀਂ ਕਰਦੇ। ਉਹ ਮੰਗ ਕੀ ਕਰਦੇ ਹੈ? ਪ੍ਰਭੂ ਮੇਰਾ ਘਰ ਬਣ ਜਾਏ, ਪ੍ਰਭੂ ਮੇਰਾ ਵੀਜ਼ਾ ਲੱਗ ਜਾਏ, ਪ੍ਰਭੂ ਮੈਨੂੰ ਆਪਣਾ ਆਹ ਚੀਜ਼ ਹੈ ਇਹ ਹੋ ਜਾਏ, ਪ੍ਰਭੂ ਮੇਰੇ ਜੀਵਨ 'ਚ ਆ ਕਮੀ ਆਏ, ਕਮੀ ਪੂਰੀ ਹੋ ਜਾਏ। ਪਰ ਪਰਮੇਸ਼ਰ ਦੀ ਬੁੱਧ ਨਹੀਂ ਮੰਗਦੇ। ਮੈਂ ਆਪਣੇ ਜੀਵਨ ਦੇ ਵਿੱਚ ਆਪ ਨੂੰ ਅਕਸਰ ਦੱਸਦਾ ਹਾਂ, ਜਦੋਂ ਛੋਟੇ ਬੱਚਿਆਂ ਦੇ ਕੋਲ ਮੈਂ ਜਾਂਦਾ ਹਾਂ, ਛੋਟੇ ਬੱਚਿਆਂ ਦੀ ਕਲਾਸ ਲੈਂਦਾ ਹਾਂ, ਬੜੇ ਬੱਚਿਆਂ ਦੀ ਕਲਾਸ ਲੈਂਦਾ, ਤਾਂ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਹੁੰਦਾ, ਤੁਸੀਂ ਆਪਣੇ ਲਈ ਪਰਮੇਸ਼ਰ ਤੋਂ ਬੁੱਧ ਗਿਆਨ ਅਤੇ ਸਮਝ ਮੰਗੋ। ਔਰ ਉਹਨਾਂ ਨੂੰ ਮੇਰੀ ਪ੍ਰਾਰਥਨਾ ਇਹ ਹੁੰਦੀ ਹੈ ਕਿ ਤੁਸੀਂ ਮੇਰੇ ਨਾਲ ਇਹ ਪ੍ਰਾਰਥਨਾ ਕਰੋ, ਪ੍ਰਭੂ ਜੀ
ਮੈਨੂੰ ਬੁੱਧ, ਗਿਆਨ ਅਤੇ ਸਮਝ ਦਿਓ। ਮੰਗਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ, ਆਮੇਨ। ਜੇ ਤੁਹਾਡੇ ਕੋਲ ਬੁੱਧ ਹੈ, ਪਰਮੇਸ਼ਰ ਦੀ ਗਿਆਨ ਹੈ, ਪਰਮੇਸ਼ਰ ਦਾ ਸਮਝ ਹੈ, ਤਾਂ ਤੁਹਾਡੇ ਮਗਰ ਇੱਜ਼ਤ ਸ਼ੋਹਰਤ ਆਪ ਆਏਗੀ। ਉਹ ਸਭ ਪਰਮੇਸ਼ਰ ਮੇਰੇ ਲਈ ਪ੍ਰੋਵਾਈਡ ਕਰੇਗਾ। ਅਸੀਂ ਉਹ ਚੀਜ਼ ਨਹੀਂ। ਮੈਂ ਹਮੇਸ਼ਾ ਹੀ ਪ੍ਰਾਰਥਨਾ ਕਰਦਾ, ਪਰਮੇਸ਼ਰ ਮੈਨੂੰ ਆਪਣੇ ਆਪ ਦੇ ਵਚਨ ਦੇ ਭੇਤਾਂ ਨੂੰ ਸਮਝਣ ਦੇ ਲਈ ਬੁੱਧ ਆਪਣੇ ਗਿਆਨ ਦੇ, ਤਾਂ ਕਿ ਤੇਰੇ ਇਹ ਵਚਨ ਮੇਰੇ ਜੀਵਨ ਦੇ ਵਿੱਚ ਆਸ਼ੀਸ਼ ਦਾ ਕਾਰਨ ਬਣੇ। ਔਰ ਜਦੋਂ ਮੈਂ ਇਹਨਾਂ ਵਚਨਾਂ ਦਾ ਵਿਕਾਸਵਾ ਤੇਰੇ ਲੋਕਾਂ ਦੇ ਵਿੱਚ ਕਰਾਂ, ਤਾਂ ਉਹਨਾਂ ਨੂੰ ਵੀ ਆਸ਼ੀਸ਼ ਦਾ ਤਾਜ ਇਸ ਵਿੱਚੋਂ ਮਿਲੇ। ਮੇਰੀ ਖੋਜ ਇਹ ਹੈ। ਔਰ ਸੁਲੇਮਾਨ ਨੇ ਇਹ ਸਭ ਤੋਂ ਕੀਮਤੀ ਚੀਜ਼, ਜਦੋਂ ਚੁਣ ਲਿਆ ਗਿਆ, ਜਦੋਂ ਉਸ ਨੂੰ ਪਰਮੇਸ਼ਰ ਨੇ ਉਸ ਰਾਜਗੱਦੀ ਦੇ ਵਿੱਚ ਬਿਠਾ ਲਿਆ, ਜਦੋਂ ਪਰਮੇਸ਼ਰ ਨੇ ਮੈਨੂੰ ਚੁਣ ਲਿਆ, ਜਦੋਂ ਪਰਮੇਸ਼ਰ ਨੇ ਮੈਨੂੰ ਆਪਣੇ ਪੁੱਤਰ ਦੇ ਵਿੱਚ ਆਪਣੀ ਸੰਤਾਨ ਬਣਾ ਲਿਆ, ਤਦ ਪਰਮੇਸ਼ਰ ਮੈਨੂੰ ਕਹਿੰਦਾ ਬੁੱਧ ਦੇ ਵਿੱਚ ਵਧੋ, ਉਹਦੀ ਸਮਝ ਦੇ ਵਿੱਚ ਵਧੋ, ਉਹਦੇ ਗਿਆਨ ਦੇ ਵਿੱਚ ਵਧੋ। ਅਸੀਂ ਵੱਧ ਕਿਸ ਚੀਜ਼ 'ਚ ਰਹੇ ਹਾਂ? ਦੁਨੀਆਦਾਰੀ ਦੇ ਵਿੱਚ, ਦੁਨੀਆਦਾਰੀ ਦੇ ਵਿਚਾਰਾਂ ਦੇ ਵਿੱਚ। ਦੁਨੀਆਦਾਰੀ ਇੱਕ ਦਿਨ ਖਤਮ ਹੋ ਜਾਏਗੀ। ਬਾਈਬਲ ਦੇ ਵਿੱਚ ਲਿਖਿਆ ਹੈ, ਇਹ ਜਗਤ ਵੀ ਨਸ ਜਾਵੇਗਾ, ਕੁਝ ਵੀ ਇਸ ਜਗ੍ਹਾ ਤੇ ਨਹੀਂ ਰਹੇਗਾ ਸਿਵਾਏ ਪਰਮੇਸ਼ਰ ਦੇ ਵਚਨ ਤੋਂ, ਕਿਉਂਕਿ ਧਰਤੀ ਆਕਾਸ਼ ਟਲ ਜਾਣਗੇ ਪਰ ਮੇਰੇ ਵਚਨ ਕਦੇ ਨਾ ਟਲਣਗੇ, ਪ੍ਰਭੂ ਨੇ ਸਾਫ਼ ਕਿਹਾ ਹੈ। ਔਰ ਇਹ ਵਚਨ ਪਰਮੇਸ਼ਰ ਦੀ ਬੁੱਧ ਦੇ ਹੈ, ਇਹ ਗਿਆਨ ਪਰਮੇਸ਼ਰ ਦੀ ਬੁੱਧ ਦਾ ਹੈ, ਇਹ ਪਰਮੇਸ਼ਰ ਦਾ ਬਹੁਮੁੱਲੇ ਰਤਨ ਹੈ, ਜਿਹੜੇ ਮੇਰੇ ਜੀਵਨ ਨੂੰ ਪਰਮੇਸ਼ਰ ਦੇ ਨਾਲ ਮਿਲਾਉਣ ਦੇ ਲਈ ਦਿੱਤੇ ਗਏ ਆ। ਬਾਈਬਲ ਦੇ ਵਿੱਚ ਮੈਂ ਕੁਝ ਗੱਲਾਂ ਆਪ ਦੇ ਨਾਲ ਦੱਸਾਂਗਾ। ਸਭ ਤੋਂ ਪਹਿਲਾਂ ਮੈਂ ਇਸ ਚੀਜ਼ ਨੂੰ ਆਪ ਦੇ ਅੱਗੇ ਰੱਖਾਂਗਾ। ਕਹਿੰਦਾ ਹੈ, ਹੁਣ ਤੂੰ ਮੈਨੂੰ ਆਪਣੀ ਬੁੱਧ ਦੇ। ਪਰਮੇਸ਼ਰ ਦਾ ਦਾਸ ਕਹਿੰਦਾ ਹੈ, ਹੁਣ ਤੂੰ ਮੈਨੂੰ ਬੁੱਧ ਦੇ। ਔਰ ਇਹ ਦੂਸਰਾ ਇਤਿਹਾਸ 1:10 ਦੇ ਵਿੱਚ ਇਹ ਗੱਲ ਪਰਮੇਸ਼ਰ ਆਪਣੇ ਵਚਨ ਦੇ ਵਿੱਚ ਆਪਣੇ ਲੋਕਾਂ ਨੂੰ ਕਹਿੰਦਾ ਹੈ। ਦੂਸਰਾ ਇਤਿਹਾਸ 1:10 ਦੇ ਵਿੱਚ ਮੈਂ ਇਸ ਗੱਲ ਨੂੰ ਪੜ੍ਹਦਾ ਹਾਂ। ਦੂਸਰਾ ਇਤਿਹਾਸ ਉਸ ਦੀ 1:10, ਜਦੋਂ ਸੁਲੇਮਾਨ ਦੇ ਬਾਰੇ ਅਸੀਂ ਇਸ ਚੀਜ਼ ਨੂੰ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ 1:10 ਵਿੱਚ, ਇੱਥੇ ਉਹ ਕਹਿੰਦਾ ਹੈ, ਹੁਣ ਤੂੰ ਮੈਨੂੰ ਬੁੱਧ ਤੇ ਗਿਆਨ ਦੇ ਕਿ ਮੈਂ ਇਹਨਾਂ ਲੋਕਾਂ ਦੇ ਅੱਗੇ ਅੰਦਰ ਬਾਹਰ ਆਇਆ ਜਾਇਆ ਕਰਾਂ, ਕਿਉਂ ਜੋ ਤੇਰੀ ਇਹ ਐਡੀ ਵੱਡੀ ਪਰਜਾ ਦਾ ਨਿਆਂ ਕੌਣ ਕਰ ਸਕਦਾ ਹੈ। ਹੁਣ ਤੂੰ ਮੈਨੂੰ ਬੁੱਧ ਤੇ ਗਿਆਨ ਦੇ। ਅਸੀਂ ਇਹ ਪ੍ਰਾਰਥਨਾ ਹੀ ਨਹੀਂ ਕਰਦੇ ਹਾਂ, ਅਸੀਂ ਇਹ ਚੀਜ਼ ਦੀ ਮੰਗ ਹੀ ਨਹੀਂ ਕਰਦੇ, ਫਿਰ ਸਾਡੇ ਵਿੱਚ ਬੁੱਧ ਕਿੱਥੋਂ ਆਵੇਗੀ? ਜੇ ਕਿਸੇ ਦਾ ਘਰ ਬਣਾਉਣਾ ਹੈ ਤਾਂ ਉਸ ਦੇ ਲਈ ਸਾਨੂੰ ਬੁੱਧ ਦੀ ਲੋੜ ਹੈ। ਜੇ ਕਿਸੇ ਦੇ ਘਰ ਨੂੰ ਬਸਾਉਣਾ ਹੈ ਤਾਂ ਉਸ ਦੇ ਲਈ ਬੁੱਧ ਦੀ ਲੋੜ ਹੈ। ਜੇ ਕਿਸੇ ਦਾ ਮੇਲ ਕਰਾਉਣਾ ਹੈ ਤਾਂ ਉਸ ਦੇ ਲਈ ਬੁੱਧ ਦੀ ਲੋੜ ਹੈ। ਜੇ ਕਿਸੇ ਦੇ ਆਪਣਾ ਜੀਵਨ ਦੇ ਵਿੱਚ ਉਹਨਾਂ ਨੂੰ ਪਤੀ ਪਤਨੀ ਦੇ ਰੂਪ ਦੇ ਵਿੱਚ ਜੋੜਨਾ ਹੈ ਤਾਂ ਉਸ ਦੇ ਲਈ ਬੁੱਧ ਦੀ ਲੋੜ ਹੈ। ਹਰ ਇੱਕ ਕੰਮ ਦੇ ਲਈ ਪਰਮੇਸ਼ਰ ਦੀ ਬੁੱਧ ਦੀ ਲੋੜ ਹੈ। ਉਹ ਸਾਨੂੰ ਬੁੱਧ ਚਾਹੀਦੀ ਹੈ। ਸੁਲੇਮਾਨ ਨੇ ਸਭ ਤੋਂ ਪਹਿਲਾ ਕਦਮ ਇਹੋ ਕੀਤਾ ਕਿ ਮੈਨੂੰ ਬੁੱਧ ਦੀ ਲੋੜ ਹੈ, ਮੈਂ ਬੁੱਧ ਪਰਮੇਸ਼ਰ ਤੋਂ ਚਾਹਾਂ। ਉਸ ਤੋਂ ਬਾਅਦ ਉਹ ਪਰਮੇਸ਼ਰ ਦੀ ਪਰਜਾ ਦਾ ਨਿਆਂ ਕਰ ਸਕਿਆ, ਜਿਸ ਦੀ ਕੀਰਤੀ ਆਸ-ਪਾਸ ਦੇ ਨਗਰਾਂ ਦੇ ਵਿੱਚ ਔਰ ਦੂਰ ਦਰਾਜ ਦੇ ਦੇਸ਼ਾਂ ਦੇ ਵਿੱਚ ਫੈਲ ਗਈ। ਜਦੋਂ ਅਸੀਂ ਪਰਮੇਸ਼ਰ ਦੀ ਬੁੱਧ ਪਰਮੇਸ਼ਰ ਦੇ ਕੋਲੋਂ ਮੰਗਦੇ ਹਾਂ ਤਾਂ ਪਰਮੇਸ਼ਰ ਦੀ ਬੁੱਧ ਦੀ ਕੀਰਤੀ ਦੂਰ ਦੂਰ ਦੇ ਦੇਸ਼ਾਂ ਤੱਕ ਅਤੇ ਆਸ-ਪਾਸ ਦੇ ਲੋਕਾਂ ਦੇ ਵਿੱਚ ਫੈਲ ਜਾਂਦੀ ਹੈ। ਅਤੇ ਜੇ ਕਿਸੇ ਦਾ ਨਿਆਂ ਕਰਨਾ ਹੋਵੇ, ਜੇ ਕਿਸੇ ਜਗ੍ਹਾ ਦੇ ਉੱਤੇ ਫੈਸਲਾ ਕਰਨਾ ਹੋਵੇ, ਤਾਂ ਕਹਿੰਦੇ ਉਸ ਧਰਮੀ ਬੰਦੇ ਨੂੰ ਬੁਲਾ ਕੇ ਲਿਆਓ, ਉਹ ਸਹੀ ਅਤੇ ਸੱਚਾ ਫੈਸਲਾ ਕਰਦਾ ਹੈ। ਇਹ ਪਰਮੇਸ਼ਰ ਦੀ ਬੁੱਧ ਨਾਲ ਹੋ ਸਕਦਾ ਹੈ। ਮੇਰੀ ਆਪਣੀ ਸਮਝ ਦੇ ਨਾਲ ਨਹੀਂ ਹੋ ਸਕਦਾ, ਮੇਰੇ ਆਪਣੇ ਗਿਆਨ ਨਾਲ ਨਹੀਂ ਹੋ ਸਕਦਾ, ਮੇਰੀ ਆਪਣੀ ਬੁੱਧ ਦੇ ਨਾਲ। ਪਰਮੇਸ਼ਰ ਦੀ ਬੁੱਧ, ਪਰਮੇਸ਼ਰ ਦੀ ਬੁੱਧ ਪ੍ਰਭੂ ਯਿਸੂ ਮਸੀਹ ਹੈ, ਜਿਸ ਨੇ ਮਤੀ ਦੀ ਅੰਜੀਲ ਦੇ ਵਿੱਚ ਸਾਫ਼ ਰੀਤੀ ਤੇ ਕਿਹਾ, ਕੀ ਕਿਹਾ? ਜੇ ਤੁਸੀਂ ਬੁੱਧ ਦੇ ਨਾਲ ਪੱਥਰ ਦੇ ਉੱਤੇ ਘਰ ਧਰਦੇ ਹੋ ਤਾਂ ਉਹ ਕਦੇ ਡਿੱਗੇਗਾ ਨਹੀਂ, ਉਹ ਕਦੇ ਡਿੱਗੇਗਾ ਨਹੀਂ। ਹਨੇਰੀਆਂ ਆਣ, ਤੂਫਾਨ ਆਣ, ਕੁਛ ਵੀ ਆਵੇ, ਨੁਕਸਾਨ ਨਹੀਂ ਹੋ ਸਕਦਾ, ਕਿਉਂਕਿ ਉਹ ਘਰ ਪਰਮੇਸ਼ਰ ਦੀ ਬੁੱਧ ਦੇ ਨਾਲ ਬਣਿਆ ਹੈ।
ਉਹਨੂੰ ਕੋਈ ਢਾਹ ਨਹੀਂ ਸਕਦਾ ਹੈ। ਉਸ ਦੇ ਉੱਤੇ ਕੋਈ ਧੋਖੇ ਦੇ ਨਾਲ ਵੀ ਅੰਦਰ ਨਹੀਂ ਆ ਸਕਦਾ ਹੈ। ਉਸ ਨੂੰ ਕੋਈ ਧੋਖਾ ਵੀ ਨਹੀਂ ਦੇ ਸਕਦਾ ਹੈ। ਉਸ ਦੇ ਜੀਵਨ ਦੇ ਵਿੱਚ ਕੋਈ ਨੁਕਸਾਨ ਨਹੀਂ ਕਰ ਸਕਦਾ ਹੈ, ਕਿਉਂਕਿ ਉਹ ਘਰ ਬੁੱਧ ਦੇ ਘੇਰੇ ਦੇ ਵਿੱਚ ਹੈ। ਔਰ ਉਹ ਬੁੱਧ ਜਿਹੜੀ ਹੈ ਉਹ ਸੁਰੱਖਿਆ ਦਾ ਘੇਰਾ ਹੈ। ਉਹ ਬੁੱਧ ਜਿਹੜੀ ਹੈ ਮੇਰੇ ਜੀਵਨ ਦੇ ਵਿੱਚ ਹਰ ਇੱਕ ਗੱਲ ਦੀ ਹਿਫਾਜ਼ਤ ਹੈ। ਪਰਮੇਸ਼ਵਰ ਉਹ ਬੁੱਧ ਦਿੰਦਾ ਹੈ। ਇਸ ਬੁੱਧ ਦੇ ਲਈ ਪਰਮੇਸ਼ਵਰ ਦਾ ਦਾਸ ਯਾਕੂਬ ਕੀ ਕਹਿੰਦਾ ਹੈ, ਜਦੋਂ ਮੈਂ ਯਾਕੂਬ ਦੀ ਪੁਸਤਕ ਉਸ ਦਾ 1:5 ਪੜ੍ਹਦਾ ਹਾਂ, ਇੱਥੇ ਲਿਖਿਆ ਹੈ, ਪਰਮੇਸ਼ਵਰ ਦਾ ਦਾਸ ਯਾਕੂਬ ਇਸ ਤਰ੍ਹਾਂ ਕਹਿੰਦਾ ਹੈ ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਪਰਮੇਸ਼ਵਰ ਕੋਲ ਮੰਗੇ, ਜਿਹੜਾ ਸਭਨਾਂ ਨੂੰ ਖੁੱਲੇ ਦਿਲ ਨਾਲ ਬਿਨਾਂ ਉਲਾਂਭੇ ਦਿੰਦਾ ਹੈ ਤਾਂ ਉਹਨੂੰ ਦਿੱਤੀ ਜਾਵੇਗੀ। ਮਤਲਬ ਕਿ ਬਿਨਾਂ ਸ਼ਰਤ। ਇੱਥੇ ਅਗਰ ਕਿਸੇ ਕੋਲ ਕਾਉਂਸਲਿੰਗ ਲੈਣ ਜਾਣਾ ਹੋਵੇ, ਮੈਰਿਜ ਬਿਊਰੋ ਖੁੱਲੇ ਹੈ, ਉੱਥੇ ਅਗਰ ਕਾਉਂਸਲਿੰਗ ਲੈਣ ਜਾਣਾ ਹੋਵੇ ਤਾਂ ਕਹਿੰਦੇ ਹੈ ਜੀ 2500 ਰੁਪਈਆ। ਕਹਿੰਦੇ ਹੈ ਜੀ ਜੇ ਵਕੀਲ ਕੋਲੋਂ ਆਪਣਾ ਸਲਾਹ ਲੈਣੀ ਹੋਵੇ, ਹਾਂਜੀ ਕਿੰਨਾ ਜੀ 10,000 ਰੁਪਈਆ। ਪਰਮੇਸ਼ਰ ਸਾਨੂੰ ਇਹ ਬੁੱਧ ਮੁਫਤ ਦੇ ਵਿੱਚ ਦੇ ਰਿਹਾ। ਅਸੀਂ ਸਿਰਫ ਮੰਗਣ ਦੇ ਵਿੱਚ ਕਮੀ ਹੈ, ਸਾਡੇ ਮੰਗਣ ਦੇ ਵਿੱਚ ਸਾਡੇ ਘਾਟਾ ਹੈ। ਜਦੋਂ ਅਸੀਂ ਪਰਮੇਸ਼ਰ ਨੂੰ ਕਹਿੰਦੇ ਹਾਂ ਪਰਮੇਸ਼ਰ ਮੇਰੇ ਜੀਵਨ ਦੇ ਵਿੱਚ ਆ ਕਮੀ ਹੈ, ਮੈਨੂੰ ਆਪਣੀ ਬੁੱਧ ਦੇ, ਇਸ ਬੁੱਧ ਦੇ ਨਾਲ ਮੈਂ ਸਭ ਕੁਝ ਕਰ ਸਕਦਾ ਹਾਂ। ਪਤਰਸ, ਯਹੰਨਾ, ਯਾਕੂਬ ਇਹ ਮਛੁਆਰੇ ਸੀ। ਅੰਦਰਿਆਸ ਮਛੁਆਰੇ ਸੀ। ਇਹਨਾਂ ਕੋਲ ਜਦੋਂ ਇਹ ਪਰਮੇਸ਼ਰ ਦੀ ਬਾਣੀ ਜਾ ਕੇ ਸੈਨਗੋਗ ਭਾਵ ਯਹੂਦੀਆਂ ਦੇ ਆਪਣਾ ਘਰਾਂ ਦੇ ਵਿੱਚ, ਯਹੂਦੀਆਂ ਦੇ ਸਭਾ ਘਰ ਦੇ ਵਿੱਚ ਜਦੋਂ ਸੁਣਾਉਂਦੇ ਸੀ, ਤਦ ਉਹ ਲੋਕ ਕੀ ਕਹਿੰਦੇ ਸੀ, ਇਹਨਾਂ ਨੂੰ ਇਹ ਬੁੱਧ ਕਿੱਥੋਂ ਆ ਗਈ? ਇਹ ਮੱਛੀਆਂ ਫੜਨ ਵਾਲੇ ਨੇ। ਪ੍ਰਭੂ ਯਿਸੂ ਮਸੀਹ ਜਦੋਂ ਪ੍ਰਚਾਰ ਕਰਦੇ ਸੀ ਉਸ ਵੇਲੇ ਲੋਕਾਂ, ਇਹ ਬੜਾਈ ਦਾ ਪੁੱਤਰ ਨਹੀਂ, ਇਹ ਤਰਖਾਣ ਦਾ ਪੁੱਤਰ ਨਹੀਂ, ਉਹਨਾਂ ਨੇ ਠੋਕਰ ਖਾਧੀ ਹੈ। ਪਰ ਪਰਮੇਸ਼ਵਰ ਦੀ ਬੁੱਧ ਦਾ ਕਾਰਜ ਯਿਸੂ ਮਸੀਹ ਦੇ ਰਾਹੀਂ ਮੇਰੇ ਅਤੇ ਆਪ ਦੇ ਵਿੱਚ ਕਰ ਦਿੱਤਾ ਹੈ। ਉਸ ਨੇ ਕਾਲਵਰੀ ਕਰੂਸ ਦੇ ਉੱਤੇ ਮੇਰੇ ਸਾਰੇ ਪਾਪ ਦਾ ਜਿੰਨਾ ਵੀ ਬੋਝ ਸੀ ਉਹ ਆਪਣਾ ਥੱਲੇ ਲਾ ਕੇ ਮੇਰੇ ਜੀਵਨ ਦੇ ਵਿੱਚ ਆਪਣੀ ਬੁੱਧ ਦਾ ਨਾ, ਮੇਰੀ ਬੁੱਧ ਜਿਹੜੀ ਪਾਪ ਦੇ ਨਾਲ ਭਰੀ ਹੋਈ ਸੀ, ਮੇਰੀ ਬੁੱਧ ਦੇ ਵਿੱਚ ਜਿਹੜੇ ਬੁਰੇ ਖਿਆਲ ਸੀ, ਮੇਰੇ ਬੁੱਧ ਦੇ ਵਿੱਚ ਜੋ ਹਰ ਇੱਕ ਦਾ ਨਾਲਿਸ਼ ਕਰਨ ਦਾ ਵਿਚਾਰ ਸੀ, ਉਹ ਪਰਮੇਸ਼ਰ ਨੇ ਆਪਣੇ ਲਹੂ ਦੇ ਨਾਲ ਮੈਨੂੰ ਧੋ ਕੇ ਆਪਣੀ ਬੁੱਧ ਦੇ ਨਾਲ ਮੈਨੂੰ ਭਰ ਦਿੱਤਾ। ਜਦੋਂ ਮੈਂ ਵਿਸ਼ਵਾਸ ਕਰਦਾ, ਮੈਂ ਤੌਬਾ ਕਰਦਾ, ਪ੍ਰਭੂ ਜੀ ਮੈਂ ਗਲਤੀ ਕੀਤੀ ਹੈ, ਮੈਂ ਪਾਪ ਕੀਤਾ ਹੈ, ਤੁਸੀਂ ਮੇਰੇ ਪਾਪੀ ਦੇ ਲਈ ਇਸ ਦੁਨੀਆ ਦੇ ਵਿੱਚ ਆਏ, ਤੁਸੀਂ ਮੇਰੇ ਪਾਪੀ ਦੇ ਲਈ ਇੱਕ ਇੱਕ ਤਸੀਹਾ ਕਲਵਰੀ ਕਰੂਸ ਦੇ ਉੱਤੇ ਚੱਲਿਆ ਅਤੇ ਮੇਰੇ ਪਾਪੀ ਨੂੰ ਸ਼ੁੱਧ ਅਤੇ ਪਾਪ ਕਰਨ ਦੇ ਲਈ ਆਪਣਾ ਕੀਮਤੀ ਲਹੂ ਬਹਾ ਦਿੱਤਾ ਅਤੇ ਆਪਣੀ ਜਾਨ ਦੇ ਕੇ ਮੈਨੂੰ ਮੁੱਲ ਖਰੀਦ ਲਿਆ। ਪ੍ਰਭੂ ਜੀ ਮੈਂ ਤੇਰਾ ਧੰਨਵਾਦ ਕਰਦਾ। ਹੁਣ ਮੈਂ ਤੇਰੇ ਵਿੱਚ, ਮੈਂ ਤੇਰੀ ਸੰਤਾਨ ਹਾਂ। ਹੁਣ ਮੈਨੂੰ ਪ੍ਰਭੂ ਜੀ ਆਪਣੇ ਮਾਰਗਾਂ ਦੇ ਵਿੱਚ ਚੱਲਣ ਦੇ ਲਈ ਮੇਰੀ ਮਦਦ ਕਰੋ। ਹੁਣ ਮੇਰਾ ਜੀਵਨ ਮੇਰਾ ਨਹੀਂ, ਹੁਣ ਤੇਰਾ ਹੈ। ਇਸ ਨੂੰ ਆਪਣੀ ਮਹਿਮਾ ਦੇ ਲਈ ਯੂਜ਼ ਕਰ। ਮੰਗਦੇ ਆ ਯਿਸੂ ਮਸੀਹ ਦੇ ਨਾਲ। ਇੰਨੀ ਗੱਲ ਕਰਨ ਦੇ ਨਾਲ ਮੇਰੇ ਵਿੱਚ ਨਵਾਂ ਜੀਵਨ ਆ ਜਾਂਦਾ ਹੈ। ਭਾਵ ਯਿਸੂ ਮਸੀਹ ਦੀ ਬੁੱਧ, ਭਾਵ ਪ੍ਰਭੂ ਯਿਸੂ ਮਸੀਹ ਦਾ ਆਤਮਾ ਮੇਰੇ ਵਿੱਚ ਕੰਮ ਕਰਨ ਲੱਗ ਜਾਂਦਾ ਹੈ। ਅੱਜ ਔਖਾ ਨਹੀਂ ਹੈ। ਅੱਜ ਪਰਮੇਸ਼ਰ ਨੂੰ ਪਾਣਾ ਔਖਾ ਨਹੀਂ ਹੈ, ਸੌਖਾ ਹੈ। ਸ਼ਰ੍ਹਾ ਦੇ ਨਾਲ ਅਸੀਂ ਪਰਮੇਸ਼ਰ ਨੂੰ ਪਾ ਨਹੀਂ ਸੀ ਸਕਦੇ। ਸ਼ਰ੍ਹਾ ਦੇ ਨਾਲ ਅਸੀਂ ਪਰਮੇਸ਼ਰ ਦੇ ਕੋਲ ਜਾ ਨਹੀਂ ਸੀ ਸਕਦੇ। ਸ਼ਰ੍ਹਾ ਤਾਂ ਦੱਸਦੀ ਹੈ ਕਿ ਪਰਮੇਸ਼ਰ ਹੈ। ਸ਼ਰ੍ਹਾ ਤਾਂ ਦੱਸਦੀ ਹੈ ਕਿ ਪਰਮੇਸ਼ਰ ਪਵਿੱਤਰ ਹੈ। ਸ਼ਰ੍ਹਾ ਤਾਂ ਦੱਸਦੀ ਹੈ ਕਿ ਪਰਮੇਸ਼ਰ ਸ਼ਾਂਤੀ ਦਾ ਕਰਤਾ ਹੈ। ਪਰ ਮੈਂ ਉਸ ਦੇ ਨਾਲ ਪਰਮੇਸ਼ਰ ਕੋਲ ਨਹੀਂ। ਕਿਉਂ? ਸ਼ਰ੍ਹਾ ਮੈਨੂੰ ਦੱਸਦੀ ਹੈ ਲਾਲਚ ਕਰਨਾ ਪਾਪ ਹੈ, ਲਾਲਚ ਮੇਰੇ ਵਿੱਚ ਹੈ। ਸ਼ਰ੍ਹਾ ਕਹਿੰਦੀ ਹੈ ਚੋਰੀ ਕਰਨਾ ਪਾਪ ਹੈ, ਚੋਰੀ ਮੇਰੇ ਵਿੱਚ ਹੈ। ਸ਼ਰ੍ਹਾ ਕਹਿੰਦੀ ਹੈ ਆਪਣੇ ਗੁਆਂਢੀ ਦੇ ਪ੍ਰਤੀ ਝੂਠੀ ਗਵਾਹੀ ਦੇਣਾ ਪਾਪ ਹੈ, ਉਹ ਮੇਰੇ ਵਿੱਚ ਹੈ।
ਮੈਂ ਉਹਨੂੰ ਪੂਰਾ ਨਹੀਂ ਸੀ ਕਰ ਸਕਦਾ, ਪਰ ਮੇਰੇ ਲਈ ਪ੍ਰਭੂ ਯਿਸੂ ਮਸੀਹ ਨੇ ਉਸ ਨੂੰ ਕਲਵਰੀ ਕਰੂਸ ਦੇ ਉੱਤੇ ਪੂਰਾ ਕਰ ਦਿੱਤਾ, ਤਾਂ ਕਿ ਮੈਂ ਪਰਮੇਸ਼ਰ ਪੁੱਤਰ ਦੀ ਬੁੱਧ ਦੇ ਨਾਲ ਆਪਣੇ ਘਰ ਨੂੰ ਸਥਿਰ ਕਰ ਸਕਾਂ। ਉਸ ਘਰ ਨੂੰ ਜਿਹੜਾ ਮੇਰਾ ਘਰ ਪਰਮੇਸ਼ਰ ਪੁੱਤਰ ਨੇ ਬਣਾਇਆ ਹੈ, ਉਸ ਦੇ ਵਿੱਚ ਮੈਂ ਵਾਸ ਕਰਕੇ ਪਰਮੇਸ਼ਰ ਦੀ ਬੁੱਧ ਦੇ ਨਾਲ ਪਰਮੇਸ਼ਰ ਦੇ ਘਰ ਵਿੱਚ ਪਹੁੰਚ ਸਕਾਂ, ਜਿੱਥੇ ਸਦਾ ਸਦਾ ਦੀ ਸ਼ਾਂਤੀ ਹੈ, ਜਿੱਥੇ ਸਦਾ ਸਦਾ ਦਾ ਆਰਾਮ ਹੈ, ਜਿੱਥੇ ਸਦਾ ਸਦਾ ਦਾ ਪ੍ਰੇਮ ਹੈ, ਜਿੱਥੇ ਪਰਮੇਸ਼ਰ ਦੀ ਪਵਿੱਤਰਤਾ ਹਮੇਸ਼ਾ ਮੇਰੇ ਵਿੱਚ ਬਣੀ ਰਹਿੰਦੀ ਹੈ। ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਉਸ ਜਗ੍ਹਾ ਦੇ ਉੱਤੇ ਪਹੁੰਚੋ, ਤੁਸੀਂ ਉਸ ਜਗ੍ਹਾ ਨੂੰ ਪ੍ਰਾਪਤ ਕਰੋ। ਪਰ ਕਿੱਦਾਂ? ਪਰਮੇਸ਼ਰ ਦੀ ਬੁੱਧ ਦੇ ਨਾਲ। ਇਹ ਵਚਨ ਮੈਨੂੰ ਸਮਝ ਨਹੀਂ ਸੀ ਆ ਸਕਦੀ, ਇਸ ਵਚਨ ਨੂੰ ਮੈਂ ਜਾਣ ਨਹੀਂ ਸੀ ਸਕਦਾ। ਇਹ ਵਚਨ ਬਹੁਤ ਗਹਿਰੇ ਭੇਤਾਂ ਨਾਲ ਭਰੇ ਹੋਏ ਹੈ, ਪਰਮੇਸ਼ਰ ਦੇ ਅਥਾਹ ਸਾਗਰ ਹੈ। ਇਹ ਪਰਮੇਸ਼ਰ ਦੀ ਇੰਨੀ ਗਹਿਰਾਈ ਹੈ, ਜਿੰਨੀ ਅਸੀਂ ਡੁਬਕੀ ਲਾਉਂਦੇ ਜਾਈਏ ਉਨਾ ਸਾਨੂੰ ਖਜ਼ਾਨਾ ਮਿਲਦਾ ਜਾਂਦਾ ਹੈ। ਪਰ ਪਰਮੇਸ਼ਰ ਦੀ ਬੁੱਧ ਉਦੋਂ ਮਿਲਦੀ ਹੈ ਜਦੋਂ ਮੈਂ ਤੌਬਾ ਕਰਦਾ ਹਾਂ ਅਤੇ ਪਰਮੇਸ਼ਰ ਦੀ ਸੰਤਾਨ ਬਣ ਜਾਂਦਾ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਪਰਮੇਸ਼ਰ ਦੀ ਬੁੱਧ ਪ੍ਰਾਪਤ ਕਰਾਂ, ਆਪਣੇ ਘਰ ਨੂੰ ਕਾਇਮ ਕਰਾਂ, ਆਪਣੇ ਜੀਵਨ ਨੂੰ ਸੁੰਦਰ ਬਣਾਵਾਂ, ਆਪਣੇ ਜੀਵਨ ਨੂੰ ਪਰਮੇਸ਼ਰ ਪੁੱਤਰ ਦੇ ਕੋਲ ਸਵਰਗੀ ਸਥਾਨਾਂ ਦੇ ਵਿੱਚ ਲੈ ਕੇ ਜਾਵਾਂ, ਤਾਂ ਪਰਮੇਸ਼ਰ ਦੀ ਬੁੱਧ ਦੀ ਮੰਗ ਆਪਣੇ ਜੀਵਨ ਦੇ ਵਿੱਚ ਕਰਨਾ ਸ਼ੁਰੂ ਕਰ ਦਿਓ। ਪ੍ਰਭੂ ਮੈਨੂੰ ਬੁੱਧ ਦੇ, ਤਾਂ ਕਿ ਮੈਂ ਤੇਰੇ ਵਚਨ ਦੇ ਭੇਤਾਂ ਨੂੰ ਸਮਝਦੇ ਹੋਏ ਤੇਰੇ ਸਵਰਗ ਰਾਜ ਵਿੱਚ ਪਹੁੰਚ ਜਾਵਾਂ। ਮੈਨੂੰ ਅਜਿਹਾ ਹੋਣ ਦੇ ਲਈ ਮੇਰੀ ਮਦਦ ਕਰੋ। ਪਰਮੇਸ਼ਰ ਮਦਦ ਕਰੇਗਾ, ਉਸ ਨੇ ਮੇਰੀ ਮਦਦ ਕੀਤੀ ਹੈ, ਉਹ ਆਪ ਦੀ ਵੀ ਕਰੇਗਾ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਉਸ ਦੀ ਬੁੱਧ ਨੂੰ ਪ੍ਰਾਪਤ ਕਰਨ ਦੇ ਲਈ ਮਦਦ ਕਰੇ। ਜਿਨ੍ਹਾਂ ਨੇ ਪ੍ਰਾਪਤ ਕਰ ਲਈ ਹੈ, ਉਹ ਦਿਨ ਪ੍ਰਤੀ ਦਿਨ ਇਸ ਬੁੱਧ ਦੇ ਨਾਲ ਉਸ ਦੇ ਗੂੜ ਭੇਤਾਂ ਨੂੰ ਜਾਣਦੇ ਹੋਏ ਉਸ ਦੇ ਰਾਜ ਦੀ ਆਮਦ ਦੇ ਵਿੱਚ ਦਿਨ ਪ੍ਰਤੀ ਦਿਨ ਆਪਣੇ ਜੀਵਨ ਨੂੰ ਬਤੀਤ ਕਰਦੇ ਜਾਓ, ਤਾਂ ਕਿ ਪ੍ਰਭੂ ਆਪ ਨੂੰ ਹੋਰ ਵੀ ਆਸ਼ਾ ਨਾਲ ਭਰਪੂਰੀ ਦੇਵੇ। ਪ੍ਰਭੂ ਆਪ ਨੂੰ ਸਾਰਿਆਂ ਨੂੰ ਇਸ ਬੁੱਧ ਦੇ ਨਾਲ ਉਸ ਮਕਾਮ ਨੂੰ ਹਾਸਲ ਕਰਨ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।